22ਵੀਂ कारगिल दिवस के मौके भारतीय फौज के उस वेले शहीद होए जवानों नूं ऑनर बन्नियों सलूट। सत श्री अकाल। ऑनर देख रहे हो तुसीं ते मैं हाँ कमलजीत सिद्धू। दोस्तों, भारतीय फौज ने 1999 ਦੇ ਵਿੱਚ कारगिल द्रास सैक्टर ਦੇ ਵਿੱਚ दुश्मन फौजां नूं अजिही धूड़ चटाई कि अज भी शायद वो इस गल नूं याद करते होण। तो उस तो बाद 26 जुलाई का दिन भारतीय फौज वन्नियों विजय दिवस के रूप दे विच मनाया जांदा आ। इस बारे गलबात करदे आं, पर दसदे आं कि किस तरीके आखिर यह युद्ध की शुरुआत हुई सी ते भारतीय फौज नूं की कुर्बानी देनी पई ते की कुछ वापरिया सी ते आखिर की कारण सन इस युद्ध के। कारगिल युद्ध ਜਾਂ कारगिल संघर्ष कश्मीर के कारगिल जिले में कंट्रोल रेखा जिसनों LOC भी कहा जाता है विच 3 मई तो 26 जुलाई 1999 ਦੇ ਵਿੱਚ ਹੋਇਆ ਸੀ। ਤਾਂ ਇਨ੍ਹਾਂ 60 ਦਿਨਾਂ तक ਚੱਲੀ ਇਸ ਲੜਾਈ ਦੇ ਨਤੀਜੇ ਵਜੋਂ ਦੋਵਾਂ ਪਾਸਿਆਂ ਤੋਂ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਆਖਰਕਾਰ ਭਾਰਤ ਨੇ ਇਸ ਯੁੱਧ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਤੇ ਕਾਬੂ ਤੋਂ ਬਾਹਰ ਹੋਏ ਇਲਾਕਿਆਂ ਨੂੰ ਮੁੜ ਜਿੱਤ ਲਿਆ ਸੀ। ਜਿੱਥੇ ਭਾਰਤੀ ਫੌਜ ਦੀਆਂ ਕੁਰਬਾਨੀਆਂ ਹੋਈਆਂ ਉੱਥੇ ਹੀ ਕਹਿ ਸਕਦੇ ਹਾਂ ਕਿ एक ਵੱਡਾ जो ये युद्ध ਸੀਗਾ ਜਿਹੜਾ ਉੱਚ ਪਹਾੜੀ ਇਲਾਕਿਆਂ ਦੇ ਵਿੱਚ ਕੀਤਾ ਜਾਂਦਾ ਆ। ਤਾਂ ਇਹ युद्ध जो ਸੀਗਾ ਭਾਰਤ ਨੇ ਜਿੱਤ ਲਿਆ ਸੀ ਔਰ ਇਸ ਗੱਲ ਨੂੰ 22 ਸਾਲ ਦਾ ਸਮਾਂ ਹੋ ਗਿਆ ਹੈ। 1999 ਤੋਂ ਹੀ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਦੇ ਤੌਰ ਤੇ ਆਪਰੇਸ਼ਨ ਵਿਜੇ ਦੀ ਜਿੱਤ ਦੇ ਯਾਦ ਵਿੱਚ ਮਨਾਇਆ ਜਾਂਦਾ। ਇਹ ਕਾਰਵਾਈ ਭਾਰਤੀ ਫੌਜ ਨੇ 1999 ਵਿੱਚ ਕਾਰਗਿਲ द्रास ਸੈਕਟਰ ਵਿੱਚ ਪਾਕਿਸਤਾਨੀ ਘੁਸਪੈਠੀਆਂ ਤੋਂ ਭਾਰਤੀ ਇਲਾਕਿਆਂ ਤੇ ਕਬਜ਼ਾ ਕਰਨ ਲਈ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਭਾਰਤ ਦੀ ਜਿੱਤ ਹੋਈ ਸੀਗੀ। ਆਖਿਰ ਕੀ ਸੀਗੇ ਇਸ ਦੇ ਪਿੱਛੇ ਰਾਜ, ਉਸ ਦੇ ਉੱਤੇ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਯੁੱਧ ਸ਼ੁਰੂ ਹੋਇਆ ਤੇ ਕੀ ਕੁਝ ਵਾਪਰਿਆ। ਕਾਰਗਿਲ ਦੀ ਲੜਾਈ ਭਾਰਤ ਅਤੇ ਪਾਕਿਸਤਾਨ ਵਿਚਲੇ 1999 ਵਿੱਚ ਕਾਰਗਿਲ ਲਦਾਖ ਵਿੱਚ ਲੜੀ ਗਈ ਸੀ, ਜੋ ਸ਼ੁਰੂਆਤੀ ਤੌਰ ਤੇ ਬਲਾਟਿਸਤਾਨ ਜ਼ਿਲ੍ਹਾ ਸੀ, ਜਿਸ ਨੂੰ ਕਸ਼ਮੀਰ ਦੀ ਪਹਿਲੀ ਜੰਗ ਤੋਂ ਬਾਅਦ ਕੰਟਰੋਲ ਰੇਖਾ ਨੇ ਵੱਖ ਕਰ ਦਿੱਤਾ ਸੀ। ਭਾਰਤ ਨੇ ਕੰਟਰੋਲ ਰੇਖਾ ਦੇ ਭਾਰਤੀ ਪਾਸੇ ਪਾਕ ਸੈਨਿਕਾਂ ਤੇ ਕਸ਼ਮੀਰੀ ਅੱਤਵਾਦੀਆਂ ਦੁਆਰਾ ਕੀਤੀ ਗਈ ਘੁਸਪੈਠ ਦੇ ਕਾਰਗਿਲ ਸੈਕਟਰ ਨੂੰ ਸਾਫ਼ ਕਰਨ ਲਈ ਆਪਰੇਸ਼ਨ ਵਿਜੇ ਦੀ ਸ਼ੁਰੂਆਤ ਕੀਤੀ। ਕਾਰਗਿਲ ਭਾਰਤ ਅਤੇ ਪਾਕਿਸਤਾਨ ਵਿਚਾਲੇ 1971 ਵਿੱਚ ਪਹਿਲੀ ਲੜਾਈ ਸੀ, ਜਿਸ ਕਾਰਨ ਬੰਗਲਾਦੇਸ਼ ਦਾ ਵੱਖਰਾ ਦੇਸ਼ ਬਣ ਗਿਆ ਸੀ। ਯੁੱਧ ਦੇ ਸਮੇਂ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ NDA ਸਰਕਾਰ ਸੱਤਾ ਵਿੱਚ ਸੀ। ਯੁੱਧ ਦੋ ਦੇਸ਼ਾਂ ਦੁਆਰਾ ਸ਼ਿਮਲਾ ਸਮਝੌਤੇ ਤੇ ਦਸਤਖਤ ਕਰਨ ਦੇ ਬਾਵਜੂਦ ਵੀ ਹੋਇਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਕਤ ਸੀਮਾ ਤੇ ਕੋਈ ਹਥਿਆਰਬੰਦ ਟਕਰਾ ਨਹੀਂ ਹੋਵੇਗਾ। ਜਿਵੇਂ ਕਿ ਭਾਰਤ ਨੇ ਪਾਕਿਸਤਾਨ ਨਾਲ ਲੜ ਰਹੇ ਕਾਰਗਿਲ ਵਿੱਚ ਆਪਣੇ ਸੈਨਾ ਦੇ ਜਵਾਨਾਂ ਦੇ ਟੈਲੀਵਿਜ਼ਨ ਫੜ ਲਏ ਸਨ। 22 ਸਾਲ ਪਹਿਲਾਂ ਆਪਰੇਸ਼ਨ ਵਿਜੇ ਇਸ ਦਿਨ ਨੂੰ ਸਫਲ ਕਰਾਰ ਦਿੱਤਾ ਗਿਆ ਸੀ, ਜਦੋਂ ਭਾਰਤ ਨੇ ਇੱਕ ਫੈਸਲਾਕੁਨ ਜਿੱਤ ਪ੍ਰਾਪਤ ਕੀਤੀ ਸੀ, ਜਦੋਂ ਕਿ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 14 ਜੁਲਾਈ ਨੂੰ ਆਪਰੇਸ਼ਨ ਨੂੰ ਸਫਲ ਐਲਾਨਿਆ ਸੀ। ਆਪਰੇਸ਼ਨ 26 ਜੁਲਾਈ ਨੂੰ 1999 ਨੂੰ ਅਧਿਕਾਰਤ ਤੌਰ ਤੇ ਬੰਦ ਐਲਾਨ ਕੀਤਾ ਗਿਆ ਸੀ। ਸਫੇਦ ਸਾਗਰ ਭਾਰਤੀ ਹਵਾਈ ਸੈਨਾ ਦਾ ਕਾਰਗਿਲ ਯੁੱਧ ਦਾ ਇੱਕ ਵੱਡਾ ਹਿੱਸਾ ਸੀ। ਇਸ ਨੇ ਪਹਿਲੀ ਵਾਰ 32,000 ਫੁੱਟ ਦੀ ਉਚਾਈ ਤੇ 에ਅਰ ਪਾਵਰ ਦੀ ਵਰਤੋਂ ਕੀਤੀ। ਪਾਕਿਸਤਾਨੀ ਫੌਜਾਂ ਤੇ ਮੁਜਾਹਿਦੀਨਾਂ ਦੀ ਪਛਾਣ ਤੋਂ ਲੈ ਕੇ ਦਖਲ ਤੱਕ ਸਾਰੀਆਂ ਕਾਰਵਾਈਆਂ ਪਾਇਲਟ ਤੇ ਇੰਜੀਨੀਅਰਾਂ ਨੇ ਸਿਰਫ ਇੱਕ ਹਫ਼ਤੇ ਦੀ ਸਿਖਲਾਈ ਦੇ ਬਾਵਜੂਦ ਵਧੀਆ ਪ੍ਰਦਰਸ਼ਿਤ ਕੀਤੀਆਂ। ਕਾਰਗਿਲ ਜੰਗ ਉਚਾਈ ਤੇ ਹੋਈਆਂ ਜੰਗਾਂ ਦੀਆਂ ਉਦਾਹਰਨਾਂ ਵਿੱਚੋਂ ਇੱਕ ਹੈ, ਯਾਨੀ ਯੁੱਧ ਜੋ ਪਹਾੜੀ ਪ੍ਰਦੇਸ਼ ਉੱਤੇ ਲੜੇ ਜਾਂਦੇ ਨੇ ਤੇ ਵੱਡੇ ਇਲਾਕਿਆਂ ਤੇ ਕੁਦਰਤੀ ਨਿਵਾਸ ਕਾਰਨ ਅਜਿਹੀਆਂ ਲੜਾਈਆਂ ਨੂੰ ਵਧੇਰੇ ਖਤਰਨਾਕ ਮੰਨਿਆ ਜਾਂਦਾ ਹੈ। ਇਹ ਉਹਨਾਂ ਕੁਝ ਮਾਮਲਿਆਂ ਵਿੱਚੋਂ ਸੀ ਜਦੋਂ ਦੋ ਪਰਮਾਣੂ ਦੇਸ਼ਾਂ ਵਿੱਚ ਲੜਾਈ ਲੜੀ ਗਈ ਸੀ। ਮੀਡੀਆ ਵਿੱਚ ਵਿਆਪਕ ਰੂਪ ਤੇ ਕਵਰ ਹੋਏ ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲਾ ਯੁੱਧ ਵੀ ਸੀ। ਭਾਰਤ ਨੇ ਕਾਰਗਿਲ ਪ੍ਰਦੇਸ਼ ਦੇ 500 ਤੋਂ ਵੱਧ ਫੌਜੀ ਜਵਾਨ ਗਵਾਏ, ਜਦੋਂ ਕਿ ਪਾਕਿਸਤਾਨ ਤੋਂ ਆਈਆਂ ਖਬਰਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਹਨਾਂ ਦੇ 3000 ਤੋਂ ਵੱਧ ਸੈਨਿਕ ਮੁਜਾਹਿਦੀਨ ਅਤੇ ਘੁਸਪੈਠੀਆਂ ਦੀ ਮੌਤ ਹੋਈ। ਭਾਰਤੀ ਫੌਜ ਦੁਆਰਾ ਬਣਾਈ ਗਈ ਦਰਾਸ ਵਿੱਚ ਕਾਰਗਿਲ ਯੁੱਧ ਯਾਦਗਾਰ ਦੀਵਾਰ ਵਿੱਚ ਉਹਨਾਂ ਸਾਰੇ ਭਾਰਤੀ ਸੈਨਿਕਾਂ ਦੇ ਸ਼ਿਲਾਲੇਖ ਹਨ ਜਿਨ੍ਹਾਂ ਨੇ ਯੁੱਧ ਵਿੱਚ ਆਪਣੀ ਜਾਨ ਗਵਾਈ। ਮੈਮੋਰੀਅਲ ਵਿੱਚ ਕਾਰਗਿਲ ਵਿਖੇ ਭਾਰਤੀ ਸੈਨਿਕਾਂ ਦੇ ਦਸਤਾਵੇਜ਼, ਰਿਕਾਰਡਿੰਗਸ ਅਤੇ ਤਸਵੀਰਾਂ ਵਾਲਾ ਅਜਾਇਬ ਘਰ ਵੀ ਬਣਿਆ ਹੋਇਆ ਹੈ। ਸੋ ਕਹਿ ਸਕਦੇ ਹਾਂ ਕਿ ਕਾਰਗਿਲ ਵਿਜੇ ਦਿਵਸ ਅੱਜ ਉਹ ਦਿਨ ਹੈ ਜਿਸ ਦਿਹਾੜੇ ਭਾਰਤੀ ਫੌਜ ਨੇ ਦੁਸ਼ਮਣ ਫੌਜਾਂ ਦੇ ਉੱਤੇ ਵੱਡੀ ਜਿੱਤ ਪ੍ਰਾਪਤ ਕਰਦਿਆਂ ਹੋਇਆਂ ਖੋਏ ਹੋਏ ਇਲਾਕੇ ਜਿਨ੍ਹਾਂ ਦੇ ਉੱਤੇ ਕਿ ਉਹਨਾਂ ਨੇ ਕਬਜ਼ਾ ਕਰ ਲਿਆ ਸੀ, ਉਹਨਾਂ ਨੂੰ ਮੁੜ ਆਪਣੇ ਕਾਬੂ ਵਿੱਚ ਲੈ ਲਿਆ ਤੇ ਦੇਸ਼ ਦੀ ਇਹ ਜੋ ਚੀਜ਼ ਸੀਗੀ, ਜੋ ਸੰਪत्ति ਸੀ, ਇਸ ਨੂੰ ਦੁਸ਼ਮਣ ਦੇ ਕਬਜ਼ੇ ਵਿੱਚ ਜਾਣ ਨਹੀਂ ਦਿੱਤਾ। ਬੇਸ਼ੱਕ ਭਾਰਤੀ ਫੌਜਾਂ ਨੂੰ ਵੀ ਜਾਨ ਗਵਾਉਣੀ ਪਈ ਆ। ਕਹਿੰਦੇ ਨੇ ਕਿ ਜਦੋਂ ਵੀ ਇਸ ਤਰੀਕੇ ਦੇ ਯੁੱਧ ਹੁੰਦੇ ਨੇ, ਆਨ ਬਾਨ ਸ਼ਾਨ ਲਈ ਲੜੇ ਜਾਂਦੇ ਨੇ ਇਹ ਯੁੱਧ, ਤੇ ਇਹਨਾਂ ਯੁੱਧਾਂ ਦੇ ਵਿੱਚ ਅਕਸਰ ਹੀ ਦੋਨਾਂ ਤਰ੍ਹਾਂ ਦੀਆਂ ਫੌਜਾਂ ਦੀ ਹਾਨੀ ਹੁੰਦੀ ਆ। ਪਰ ਭਾਰਤ ਨੇ ਆਪਦੇ 500 ਫੌਜੀ ਜਵਾਨ ਗਵਾ ਕੇ ਵੀ, ਇਸ ਤੋਂ ਇਲਾਵਾ ਕਈ ਜ਼ਖਮੀ ਵੀ ਹੋਏ ਨੇ।
ਫਿਰ ਵੀ ਇਹ ਜਿੱਤ ਪ੍ਰਾਪਤ ਕੀਤੀ ਆ। ਕਹਿ ਸਕਦੇ ਆ ਕਿ ਇੱਕ ਵੱਡੀ ਜਿੱਤ ਸੀਗੀ। ਹਾਲਾਂਕਿ ਇੱਕ ਪਾਸੇ ਗੱਲ ਸ਼ਿਮਲਾ ਸਮਝੌਤੇ ਦੀ ਚੱਲਦੀ ਆ, ਔਰ ਸ਼ਿਮਲਾ ਸਮਝੌਤੇ ਦੇ ਵਿੱਚ ਜਦੋਂ ਜ਼ੁਲਫਕਾਰ ਅਲੀ ਭੁੱਟੋ ਔਰ ਇੰਦਰਾ ਗਾਂਧੀ ਦੇ ਵਿਚਾਲੇ ਸਮਝੌਤਾ ਹੋਇਆ ਸੀਗਾ ਸ਼ਿਮਲਾ ਦੇ ਵਿੱਚ, ਤਾਂ ਉਸ ਦੇ ਵਿੱਚ ਇਹੀ ਗੱਲ ਕੀਤੀ ਗਈ ਸੀ ਕਿ ਇਸ ਕੰਟਰੋਲ ਰੇਖਾ ਦੇ ਉੱਤੇ ਆ ਕੇ ਕਦੇ ਵੀ ਦੋਨਾਂ ਮੁਲਕਾਂ ਦੀਆਂ ਫੌਜਾਂ ਨਹੀਂ ਲੜਨਗੀਆਂ। ਪਰ ਫਿਰ ਵੀ ਗਵਾਂਢੀ ਮੁਲਕ ਦੀ ਫੌਜ ਨੇ ਇਹ ਸਾਰੀਆਂ ਹੱਦਾਂ ਔਰ ਕੀਤੇ ਇਕਰਾਰਨਾਮੇ ਤੋੜ ਦਿੱਤੇ ਸਨ, ਜਿਸ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ ਸੀ। ਸੋ ਕਹਿ ਸਕਦੇ ਹਾਂ ਕਿ ਇਸ ਮੌਕੇ ਸ਼ਹੀਦ ਹੋਏ ਉਹਨਾਂ ਜਵਾਨਾਂ ਨੂੰ ਔਨ 에ਅਰ ਵੱਲੋਂ ਅਸੀਂ ਕੋਟ ਨਮਨ ਵੀ ਕਰਦੇ ਹਾਂ, ਸਲੂਟ ਕਰਦੇ ਹਾਂ ਕਿ ਭਾਰਤੀ ਫੌਜ ਦੇ ਜਵਾਨਾਂ ਨੇ ਇਸ ਜੰਗ ਦੇ ਵਿੱਚ ਆਪਣੀ ਵੱਡੀ ਪ੍ਰਾਪਤੀ ਵਿਖਾਈ। ਸੋ ਇਸ ਤਰੀਕੇ ਦੀ ਤਾਜ਼ਾ ਅਪਡੇਟ ਲਈ ਤੁਸੀਂ ਲਗਾਤਾਰ ਜੁੜੇ ਰਹੋ ਔਨ 에ਅਰ ਦੇ ਨਾਲ। ਬਿਊਰੋ ਰਿਪੋਰਟ ਔਨ 에ਅਰ।